Good morning, students. Now we will discuss our next topic of chapter number 5th. ਅਗਲਾ ਟੌਪਿਕ ਹੀ ਆਪਣਾ ਬੈਲੈਂਸ ਸ਼ੀਟ ਆਫ ਆ ਕਮਰਸ਼ੀਅਲ ਬੈਂਕ। ਕਿਸੇ ਵੀ ਕਮਰਸ਼ੀਅਲ ਬੈਂਕਸ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਵਪਾਰਕ ਬੈਂਕਾਂ ਦੀ ਬੈਲੈਂਸ ਸ਼ੀਟ ਕੀ ਹੁੰਦੀ ਹੈ ਅਤੇ ਉਹਨਾਂ ਵਿੱਚ ਕਿੰਨਾ ਵਸਤੂਆਂ ਨੂੰ ਸ਼ਾਮਿਲ ਕੀਤਾ ਜਾਂਦਾ। ਦੇਖੋ, ਬੈਲੈਂਸ ਸ਼ੀਟ ਇਜ਼ ਆ ਫਾਈਨੈਂਸ਼ੀਅਲ ਸਟੇਟਮੈਂਟ। ਸਭ ਤੋਂ ਇੰਪੋਰਟੈਂਟ ਕੀ ਆ, ਬੈਲੈਂਸ ਸ਼ੀਟ ਕੀ ਹੈ, ਇੱਕ ਫਾਈਨੈਂਸ਼ੀਅਲ ਸਟੇਟਮੈਂਟ ਆ। ਮਤਲਬ ਇਹਦਾ ਸੰਬੰਧ ਕੀ ਹੈ, ਪੈਸੇ ਦੇ ਨਾਲ ਹੁੰਦਾ ਹੈ। ਠੀਕ ਹੈ, ਇਹਨੂੰ ਕੀ ਕਿਹਾ ਜਾਂਦਾ, ਵਿੱਤੀ ਵਿਵਰਣ ਵੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਸੋ ਇਹਦੇ ਵਿੱਚ ਕੀ ਸ਼ਾਮਿਲ ਹੁੰਦਾ, ਦਾ ਲਾਇਬਿਲਟੀਜ਼ ਐਂਡ ਦਾ ਐਸੈਟਸ ਆਫ ਦਾ ਫਰਮ ਔਰ ਐਨ ਆਰਗੇਨਾਈਜੇਸ਼ਨ ਐਟ ਦਾ ਪਰਟੀਕੂਲਰ ਟਾਈਮ। ਇਹਦੇ ਵਿੱਚ ਬੈਲੈਂਸ ਸ਼ੀਟ ਕੀ ਹੈ, ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੈ ਜਿਹਦੇ ਵਿੱਚ ਲਾਇਬਿਲਟੀਜ਼ ਨੂੰ ਅਤੇ ਐਸੈਟਸ ਨੂੰ ਸ਼ਾਮਿਲ ਕੀਤਾ ਜਾਂਦਾ। ਠੀਕ ਹੈ, ਕਿਸੇ ਵੀ ਫਰਮ ਦੀਆਂ ਲਾਇਬਿਲਟੀਜ਼ ਕਿੰਨੀਆਂ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੀਆਂ ਲਾਇਬਿਲਟੀਜ਼ ਕਿੰਨੀਆਂ ਅਤੇ ਐਸੈਟਸ ਕਿੰਨੀਆਂ ਐਟ ਆ ਪਰਟੀਕੂਲਰ ਪੁਆਇੰਟ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਐਟ ਆ ਪਰਟੀਕੂਲਰ ਟਾਈਮ ਮਤਲਬ ਸਾਲ ਦੇ ਕਿਸੇ ਵੀ ਪੁਆਇੰਟ ਦੇ ਵਿੱਚ ਉਹ ਕਿੰਨੀਆਂ ਉਹਦੀਆਂ ਲਾਇਬਿਲਟੀਜ਼ ਬਣਦੀਆਂ ਅਤੇ ਕਿੰਨੇ ਐਸੈਟਸ ਬਣਦੇ ਆ, ਉਹਨਾਂ ਦਾ ਕੀ ਹੈ, ਇੱਕ ਫਾਈਨੈਂਸ਼ੀਅਲ ਸਟੇਟਮੈਂਟ ਆ। ਬੈਲੈਂਸ ਸ਼ੀਟ ਕਿਸੇ ਫਰਮ ਜਾਂ ਸੰਸਥਾ ਦਾ ਇੱਕ ਨਿਸ਼ਚਿਤ ਸਮੇਂ ਉੱਪਰ ਦੇਣਦਾਰੀਆਂ ਅਤੇ ਸੰਪਤੀਆਂ ਦਾ ਵਿੱਤੀ ਵਿਵਰਣ ਹੁੰਦਾ ਹੈ। ਠੀਕ ਹੈ, ਪੰਜਾਬੀ ਦੇ ਵਿੱਚ ਆਪਾਂ ਲਾਇਬਿਲਟੀ ਨੂੰ ਦੇਣਦਾਰੀਆਂ ਕਹਿੰਦੇ ਆ ਅਤੇ ਐਸੈਟਸ ਨੂੰ ਸੰਪਤੀਆਂ ਕਹਿੰਦੇ ਆ। ਠੀਕ ਹੈ, ਅਤੇ ਬੈਲੈਂਸ ਸ਼ੀਟ ਕੀ ਹੈ, ਕਿਸੇ ਵੀ ਸੰਸਥਾ 'ਤੇ ਜਾਂ ਫਰਮ ਦੀਆਂ ਦੇਣਦਾਰੀਆਂ ਅਤੇ ਸੰਪਤੀਆਂ ਦਾ ਵਿੱਤੀ ਵਿਵਰਣ ਹੁੰਦਾ ਹੈ। ਠੀਕ ਹੈ, ਇਸ ਤੋਂ ਅੱਗੇ ਦਾ ਬੈਲੈਂਸ ਸ਼ੀਟ ਆਫ ਆ ਬੈਂਕ ਕੰਟੇਨਸ ਪਰਟੀਕੂਲਰਸ ਆਫ ਆ ਬੈਂਕਸ ਕਰੰਟ ਐਸੈਟਸ ਐਂਡ ਕਰੰਟ ਲਾਇਬਿਲਟੀਜ਼। ਬੈਲੈਂਸ ਸ਼ੀਟ ਦੇ ਵਿੱਚ ਬੈਂਕ ਦੇ ਵਿੱਚ ਕੀ ਸ਼ਾਮਿਲ ਕੀਤਾ ਜਾਂਦਾ, ਉਹਨਾਂ ਦੀ ਸ਼ੀਟ ਦੇ ਵਿੱਚ ਬੈਲੈਂਸ ਸ਼ੀਟ ਵਿੱਚ ਕਰੰਟ ਐਸੈਟਸ ਅਤੇ ਕਰੰਟ ਲਾਇਬਿਲਟੀਜ਼ ਨੂੰ ਕੀ ਆ ਸ਼ਾਮਿਲ ਕੀਤਾ ਜਾਂਦਾ। ਇਹਦੇ ਵਿੱਚ ਕਰੰਟ ਨੂੰ ਮਤਲਬ ਚਲੰਤ ਸੰਪਤੀਆਂ ਅਤੇ ਚਲੰਤ ਦੇਣਦਾਰੀਆਂ ਦਾ ਕੀ ਆ ਵਰਣਨ ਕੀਤਾ ਜਾਂਦਾ। ਸੋ ਬੈਲੈਂਸ ਸ਼ੀਟ ਦਾ ਫਾਰਮੈਟ ਕਿਵੇਂ ਹੁੰਦਾ, ਫਾਰਮੈਟ ਆਫ ਆ ਬੈਲੈਂਸ ਸ਼ੀਟ ਆਫ ਆ ਬੈਂਕ। ਇੱਕ ਸਾਈਡ 'ਤੇ ਲਾਇਬਿਲਟੀਜ਼ ਦੀਆਂ ਅਮਾਊਂਟਸ ਨੂੰ ਲਿਆ ਜਾਂਦਾ ਅਤੇ ਇੱਕ ਪਾਸੇ ਕੀ ਹੈ, ਐਸੈਟਸ ਦੀਆਂ ਅਮਾਊਂਟਸ ਨੂੰ ਲਿਆ ਜਾਂਦਾ ਅਤੇ ਲਾਸਟ ਵਿੱਚ ਇਹਦਾ ਕੀ ਆ ਟੋਟਲ ਕੀਤਾ ਜਾਂਦਾ, ਜੋ ਕਿ ਇੱਕ ਦੂਜੇ ਦੇ ਇਕੁਅਲ ਹੁੰਦਾ, ਬਰਾਬਰ ਹੁੰਦਾ। ਸੋ ਅੱਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਲਾਇਬਿਲਟੀਜ਼ ਕੀ ਹੁੰਦੀਆਂ ਅਤੇ ਐਸੈਟਸ ਕੀ ਹੁੰਦੇ ਆ। ਸਭ ਤੋਂ ਪਹਿਲਾਂ ਦੇਖੋ, ਲਾਇਬਿਲਟੀਜ਼ ਜਿਹਨੂੰ ਦੇਣਦਾਰੀਆਂ ਕਿਹਾ ਜਾਂਦਾ। ਦਾ ਲਾਇਬਿਲਟੀਜ਼ ਆਫ ਦਾ ਬੈਂਕਸ ਆਰ ਦਾ ਆਈਟਮਸ ਵਿਚ ਆਰ ਟੂ ਬੀ ਪੇਡ ਬਾਈ। ਮਤਲਬ ਲਾਇਬਿਲਟੀਆਂ ਉਹ ਆਈਟਮਸ ਹੁੰਦੀਆਂ, ਬੈਂਕ ਦੀਆਂ ਉਹ ਆਈਟਮਸ ਹੁੰਦੀਆਂ ਜਿਨ੍ਹਾਂ ਦੇ ਲਈ ਉਹਨੂੰ ਕੀ ਆ ਪੇਡ ਕਰਨਾ ਪੈਂਦਾ। ਉਹ ਕਿਹਨਾਂ ਨੂੰ ਪੇਡ ਕਰਦਾ, ਆਈਦਰ ਟੂ ਇਟਸ ਸ਼ੇਅਰ ਹੋਲਡਰ ਔਰ ਦਾ ਡਿਪੋਜ਼ਿਟਰ। ਸ਼ੇਅਰ ਹੋਲਡਰ ਮਤਲਬ ਜਿਨ੍ਹਾਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਹੁੰਦੇ ਆ, ਜਾਂ ਤਾਂ ਫਿਰ ਉਹਨਾਂ ਨੂੰ ਕੋਈ ਜਿਹੜੀ ਅਮਾਊਂਟ ਪੇ ਕਰਦਾ ਉਹਨੂੰ ਲਾਇਬਿਲਟੀ ਕਿਹਾ ਜਾਂਦਾ, ਜਾਂ ਫਿਰ ਡਿਪੋਜ਼ਿਟਰ ਮਤਲਬ ਆਪਾਂ ਕਿਸੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਅਤੇ ਉਹਦੇ ਬਦਲੇ ਆਪਾਂ ਨੂੰ ਰੇਟ ਆਫ ਇੰਟਰਸਟ ਮਿਲਦਾ। ਮਤਲਬ ਬੈਂਕ ਕੁਛ ਨਾ ਕੁਛ ਪੇ ਕਰ ਰਿਹਾ, ਆਪਾਂ ਨੂੰ ਪੇਡ ਕਰ ਰਿਹਾ। ਸੋ ਇਹ ਕੀ ਆ, ਇਹਦੀਆਂ ਲਾਇਬਿਲਟੀਜ਼ ਜੋ ਕੀ ਆ ਬੈਂਕ ਕਿਸੇ ਹੋਰ ਨੂੰ ਕੀ ਆ ਪੇਡ ਕਰਦਾ। ਦੇਖੋ, ਹੁਣ ਆਪਾਂ ਕਹਿ ਸਕਦੇ ਹਾਂ ਵੀ ਲਾਇਬਿਲਟੀਜ਼ ਮਤਲਬ ਪੇ ਕਰਨਾ, ਜਿਵੇਂ ਕਿ ਉਹ ਰੇਟ ਆਫ ਇੰਟਰਸਟ ਵਿਆਜ ਆ ਜਿਹੜਾ ਕਿ ਉਹ ਪੇ ਕਰਦਾ। ਬੈਂਕ ਦੀਆਂ ਦੇਣਦਾਰੀਆਂ ਵਿੱਚ ਮੁੱਖ ਤੌਰ 'ਤੇ ਸ਼ੇਅਰ ਧਾਰਕਾਂ ਜਾਂ ਜਮ੍ਹਾਂਕਰਤਾਵਾਂ ਨੂੰ ਅਦਾ ਕੀਤੀਆਂ ਜਾਣ ਵਾਲੀਆਂ ਰਾਸ਼ੀਆਂ ਸ਼ਾਮਿਲ ਹੁੰਦੀਆਂ। ਇਹਦੇ ਵਿੱਚ ਕਿਹੜੀਆਂ ਰਾਸ਼ੀਆਂ ਜਾਂ ਕਿਹੜੇ ਪੈਸੇ ਨੂੰ ਸ਼ਾਮਿਲ ਕੀਤਾ ਜਾਂਦਾ ਦੇਣਦਾਰੀਆਂ ਦੇ ਵਿੱਚ, ਜਿਹੜੇ ਪੈਸੇ ਕੀ ਆ ਉਹ ਜਾਂ ਬੈਂਕ ਜਾਂ ਤਾਂ ਫਿਰ ਸ਼ੇਅਰ ਧਾਰਕਾਂ ਨੂੰ ਦਿੰਦਾ ਅਤੇ ਜਾਂ ਫਿਰ ਜਮ੍ਹਾਂਕਰਤਾਵਾਂ ਮਤਲਬ ਡਿਪੋਜ਼ਿਟਰ ਨੂੰ ਦਿੰਦਾ, ਅਦਾ ਕਰਦਾ। ਮਤਲਬ ਪੈਸੇ ਕਿਸੇ ਨੂੰ ਦੇ ਰਿਹਾ ਤਾਂ ਉਹ ਉਹਦੀ ਕੀ ਹੋ ਗਿਆ, ਲਾਇਬਿਲਟੀ। ਇਸ ਤੋਂ ਅੱਗੇ ਐਸੈਟਸ ਕੀ ਹੁੰਦੇ ਆ, ਐਸੈਟਸ ਜਿਹੜੀ ਕੀ ਆ ਇਨਕਮ ਉਹਨਾਂ ਨੂੰ ਬਾਕੀਆਂ ਤੋਂ ਆਉਂਦੀ ਆ, ਕਿਸੇ ਵੀ ਬੈਂਕ ਨੂੰ ਉਹਨੂੰ ਐਸੈਟਸ ਕਿਹਾ ਜਾਂਦਾ, ਜਿਹਨੂੰ ਸੰਪਤੀ ਕਹਿੰਦੇ ਆ ਪੰਜਾਬੀ ਵਿੱਚ। ਦਾ ਐਸੈਟਸ ਆਰ ਦੂਜ਼ ਆਈਟਮਸ ਫਰੋਮ ਵਿਚ ਇਟ ਹੋਪਸ ਟੂ ਗੈਟ ਐਨ ਇਨਕਮ। ਮਤਲਬ ਇਹ ਉਹ ਆਈਟਮਸ ਹੁੰਦੀਆਂ ਜਿਨ੍ਹਾਂ ਨੂੰ ਬੈਂਕ ਨੂੰ ਆਸ ਹੁੰਦੀ ਆ ਵੀ ਉਹਨਾਂ ਨੂੰ ਇਨਕਮ ਪ੍ਰਾਪਤ ਹੋਊਗੀ। ਦਸ ਇਨਕਲੂਡਸ ਆਲ ਦਾ ਅਮਾਊਂਟਸ ਓਨਡ ਬਾਈ ਅਦਰ ਟੂ ਦਾ ਬੈਂਕਸ। ਮਤਲਬ ਜਿਹੜੇ ਹੋਰ ਬੈਂਕਾਂ ਨੂੰ ਕੀ ਆ, ਉਹ ਜਿਹੜੀਆਂ ਅਮਾਊਂਟਸ ਆ ਮਤਲਬ ਹੋਰ ਬੈਂਕਾਂ ਨੂੰ ਕੀ ਕਰਦਾ, ਉਹ ਉਹਨਾਂ ਤੋਂ ਪ੍ਰਾਪਤ ਕਰਦਾ। ਮਤਲਬ ਉਹਨਾਂ ਨੂੰ ਜੋ ਵੀ ਆਮਦਨ ਪ੍ਰਾਪਤ ਹੁੰਦੀ ਆ ਉਹਨੂੰ ਐਸੈਟਸ ਕਿਹਾ ਜਾਂਦਾ। ਸੰਪਤੀਆਂ ਵਿੱਚ ਬੈਂਕ ਦੁਆਰਾ
ਦੂਸਰੀਆਂ ਮਤਲਬ ਦੂਜੀਆਂ ਬੈਂਕਾਂ ਤੋਂ ਜਾਂ ਦੂਜੇ ਲੋਕਾਂ ਤੋਂ ਜਾਂ ਦੂਜੇ ਸ਼ੇਅਰ ਹੋਲਡਰਸ ਤੋਂ ਕੀ ਆ ਤੋਂ ਪ੍ਰਾਪਤ ਕੀਤੀਆਂ ਜਾਣ ਵਾਲੀਆਂ ਰਾਸ਼ੀਆਂ ਸ਼ਾਮਿਲ ਹੁੰਦੀਆਂ ਹਨ। ਰਾਸ਼ੀਆਂ ਮਤਲਬ ਜੋ ਵੀ ਅਮਾਊਂਟਸ ਉਹਨਾਂ ਤੋਂ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਤੋਂ ਕੀ ਆ ਆਮਦਨ ਪ੍ਰਾਪਤ ਕਰਦਾ ਕੋਈ ਵੀ ਬੈਂਕ, ਉਹਨੂੰ ਕੀ ਆ ਐਸੈਟਸ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਬੈਲੈਂਸ ਸ਼ੀਟ ਦੇ ਵਿੱਚ ਇੱਕ ਪਾਸੇ ਲਾਇਬਿਲਿਟੀਜ਼ ਨੂੰ ਲਿਆ ਜਾਂਦਾ ਜਿਹਨੂੰ ਦੇਣਦਾਰੀਆਂ ਕਿਹਾ ਜਾਂਦਾ, ਅਤੇ ਦੂਜੇ ਪਾਸੇ ਕੀ ਆ ਐਸੈਟਸ ਨੂੰ ਲਿਆ ਜਾਂਦਾ ਜਿਹਨੂੰ ਸੰਪਤੀ ਕਿਹਾ ਜਾਂਦਾ। ਲਾਇਬਿਲਿਟੀਜ਼ ਦੇ ਵਿੱਚ ਜਿਹੜਾ ਬੈਂਕ ਕੀ ਆ ਪੈਸੇ ਨੂੰ ਆ ਮਨੀ ਨੂੰ ਆ ਅੱਗੇ ਕੀ ਆ ਪੇ ਕਰ ਰਿਹਾ, ਠੀਕ ਹੈ, ਮਤਲਬ ਉਹ ਦਿੰਦਾ ਵਾ, ਸੋ ਇਹਨੂੰ ਦੇਣਦਾਰੀਆਂ ਕਿਹਾ ਜਾਂਦਾ। ਫਸਟ ਕੀ ਆ ਕਿਹੜੀਆਂ ਆਈਟਮਸ ਆ ਜਿਨ੍ਹਾਂ ਦੇ ਲਈ ਬੈਂਕ ਨੂੰ ਬਾਹਰ ਪੈਸੇ ਭੇਜਣੇ ਪੈਂਦੇ ਆ ਜਾਂ ਪੇ ਕਰਨੇ ਪੈਂਦੇ ਆ। ਸੋ ਦੇਣਦਾਰੀਆਂ ਕੀ ਆ ਪੇਡ ਅਮਾਊਂਟਸ ਆ ਕਿਸੇ ਵੀ ਬੈਂਕ ਦੀਆਂ। ਸੋ ਸ਼ੇਅਰ ਕੈਪੀਟਲ ਮਤਲਬ ਸ਼ੇਅਰ ਹੋਲਡਰਸ ਨੂੰ ਜੋ ਪੈਸੇ ਦਿੰਦਾ ਉਹ ਕੀ ਆ ਉਹਦੀ ਲਾਇਬਿਲਿਟੀ ਆ। ਰਿਜ਼ਰਵ ਫੰਡਸ ਮਤਲਬ ਕਿਸੇ ਵੀ ਸੈਂਟਰਲ ਬੈਂਕ ਨੂੰ ਕੀ ਆ ਉਹ SLR ਜਾਂ CRR ਦੇ ਬਦਲੇ ਜੋ ਵੀ ਪੈਸੇ ਪੇ ਕਰਦਾ, ਠੀਕ ਹੈ, ਉਹਨੂੰ ਪੇ ਕਰਨੇ ਪੈਂਦੇ ਆ। ਸੋ ਇਹਦੇ ਲਈ ਕੀ ਆ ਉਹਦੇ ਲਈ ਲਾਇਬਿਲਿਟੀ ਆ। ਡਿਪੋਜ਼ਿਟਸ ਮਤਲਬ ਜਿਹੜੇ ਜਮ੍ਹਾਂ ਕਰਵਾਉਂਦੇ ਆ, ਚਾਹੇ ਉਹ ਟਾਈਮ ਡਿਪੋਜ਼ਿਟਸ ਹੋਵੇ, ਡਿਮਾਂਡ ਡਿਪੋਜ਼ਿਟ ਹੋਵੇ ਜਾਂ ਸੇਵਿੰਗ ਡਿਪੋਜ਼ਿਟ ਹੋਵੇ, ਮਤਲਬ FD ਵਗੈਰਾ ਆਪਾਂ ਕਰਵਾਈ ਆ, ਸੋ ਆਪਾਂ ਨੂੰ ਕੀ ਆ ਉਹ ਰੇਟ ਆਫ ਇੰਟਰਸਟ ਪੇ ਕਰੂਗਾ। ਸੋ ਇਹ ਵੀ ਕੀ ਆ ਉਹਦੀ ਦੇਣਦਾਰੀ ਆ, ਲਾਇਬਿਲਿਟੀ ਆ ਬੈਂਕ ਦੀ। ਬੋਰਿੰਗ ਮਤਲਬ ਕਿਸੇ ਤੋਂ ਉਹਨੇ ਉਧਾਰ ਲਿਆ ਬੈਂਕ ਨੇ, ਠੀਕ ਹੈ, ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਜਾਂ ਫਿਰ ਪਬਲਿਕ ਤੋਂ। ਸੋ ਉਹਨਾਂ ਲਈ ਕੀ ਆ ਉਹਨੂੰ ਕੀ ਆ ਰੇਟ ਆਫ ਇੰਟਰਸਟ ਪੇ ਕਰਨਾ ਪਊਗਾ। ਸੋ ਇਹਦੇ ਵਿੱਚ ਬੋਰਿੰਗਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ। ਅਸੈਪਟੈਂਸ ਮਤਲਬ ਹੋਰ ਤਰ੍ਹਾਂ ਦੀਆਂ ਅਸੈਪਟੈਂਸ ਜੋ ਕਰਦਾ ਵਾ ਉਹਦੇ ਲਈ ਕੀ ਆ ਉਹਨੂੰ ਕੁਝ ਦੇਣਾ ਪੈਂਦਾ, ਠੀਕ ਹੈ, ਪੈਸੇ ਦੇਣੇ ਪੈਂਦੇ ਆ। ਸੋ ਪੈਸੇ ਉਹ ਪੇ ਕਰ ਰਿਹਾ ਤਾਂ ਕੀ ਆ ਇਹਦੀ ਲਾਇਬਿਲਿਟੀਜ਼ ਹੋ ਗਈਆਂ। ਅਦਰ ਆਈਟਮਸ ਹੋਰ ਬਹੁਤ ਜ਼ਿਆਦਾ ਖਰਚੇ ਹੁੰਦੇ ਆ ਜੋ ਕੀ ਆ ਜਾਂ ਫਿਰ ਲੋਨ ਵਗੈਰਾ ਜੋ ਵੀ ਆ, ਠੀਕ ਹੈ, ਉਹਨੇ ਲਏ ਹੁੰਦੇ ਆ ਉਹਨਾਂ ਲਈ ਪੇ ਕਰਦਾ, ਉਹਨਾਂ ਨੂੰ ਕੀ ਆ ਅਦਰ ਆਈਟਮਸ ਦੇ ਵਿੱਚ ਲਿਆ ਜਾਂਦਾ। ਸੋ ਇਹ ਸਾਰੀਆਂ ਲਾਇਬਿਲਿਟੀਜ਼ ਆ ਜੋ ਬੈਂਕ ਕੀ ਆ ਗਾਂਹ ਜਾ ਕੇ ਪੇ ਕਰਦਾ ਕਿਸੇ ਹੋਰ ਨੂੰ। ਸੋ ਇੱਧਰਲੀ ਸਾਈਡ 'ਤੇ ਆਹ ਕ੍ਰੋਸ ਲਗਾਏ ਹੋਏ ਆ, ਮਤਲਬ ਇਹ ਕਿਸੇ ਵੀ ਤਰ੍ਹਾਂ ਦੀ ਅਮਾਊਂਟ ਆ, ਮਤਲਬ ਸ਼ੇਅਰ ਮਾਰਕੀਟ ਦੇ ਵਿੱਚ ਇੰਨੀ ਅਮਾਊਂਟ ਦਿੱਤੀ ਮੰਨ ਕੇ ਚੱਲੋ, ਠੀਕ ਹੈ, ਲਾਸਟ ਵਿੱਚ ਇਹਦਾ ਟੋਟਲ ਕਰ ਦਿੱਤਾ ਜਾਂਦਾ ਵੀ ਕਿੰਨੀ ਰਕਮ ਉਹਨੇ ਬਾਹਰ ਪੇ ਕੀਤੀ। ਸੋ ਅੱਗੇ ਆਪਾਂ ਇਹਦੇ ਐਸੈਟਸ ਨੂੰ ਡਿਸਕਸ ਕਰਾਂਗੇ। ਐਸੈਟਸ ਮਤਲਬ ਜਿਨ੍ਹਾਂ ਤੋਂ ਉਹਨਾਂ ਨੂੰ ਬੈਂਕਸ ਨੂੰ ਪ੍ਰੋਫਿਟ ਪ੍ਰਾਪਤ ਹੋ ਰਿਹਾ ਜਾਂ ਕਿਸੇ ਵੀ ਤਰ੍ਹਾਂ ਦੀ ਇਨਕਮ ਉਹਦੇ ਕੋਲ ਆ ਰਹੀ ਆ। ਸੋ ਦੇਖੋ ਫਸਟ ਕੀ ਆ ਕੈਸ਼। ਕੈਸ਼ ਦੇ ਨਾਲ ਕੀ ਆ ਉਹਦੀ ਇੱਕ ਸੰਪਤੀ ਆ ਜੋ ਉਹਦੇ ਹੱਥ ਵਿੱਚ ਆ ਉਹਨੂੰ ਸ਼ਾਮਿਲ ਕੀਤਾ ਜਾਂਦਾ, ਜਾਂ ਫਿਰ ਜੋ ਕੈਸ਼ ਕੀ ਆ ਵਿਦ ਸੈਂਟਰਲ ਬੈਂਕ ਮਤਲਬ ਜਿਹੜਾ ਕਿ ਕੈਸ਼ ਉਹ ਸੈਂਟਰਲ ਬੈਂਕ ਕੋਲ ਪਿਆ ਉਹਦੇ ਤੋਂ ਵੀ ਰੇਟ ਆਫ ਇੰਟਰਸਟ ਪ੍ਰਾਪਤ ਹੋਊਗਾ। ਅਤੇ ਕੈਸ਼ ਵਿਦ ਦਾ ਅਦਰ ਬੈਂਕਸ ਮਤਲਬ ਹੋਰ ਕਿਸੇ ਬੈਂਕਾਂ ਨੂੰ ਲੋੜ ਪੈ ਗਈ ਪੈਸੇ ਦੀ, ਠੀਕ ਹੈ, ਉਹਨਾਂ ਕੋਲ ਜੋ ਵੀ ਕੈਸ਼ ਪਿਆ ਉਹਦੇ ਤੋਂ ਵੀ ਕੀ ਆ ਉਹਨਾਂ ਨੂੰ ਇਨਕਮ ਪ੍ਰਾਪਤ ਹੋਊਗੀ, ਠੀਕ ਹੈ। ਇਸ ਤੋਂ ਅੱਗੇ ਮਨੀ ਐਟ ਅ ਕਾਲ ਔਰ ਦਾ ਸ਼ੋਰਟ ਨੋਟਿਸ, ਇਹ ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ। ਇਹਦੇ ਵਿੱਚ ਕੀ ਆ ਕੋਈ ਵੀ ਵਿੱਤੀ ਸੰਸਥਾ ਜਾਂ ਫਿਰ ਕੋਈ ਵੀ ਬੈਂਕ ਆ 14 ਦਿਨਾਂ ਲਈ ਲੋਨ ਵਗੈਰਾ ਲੈਂਦਾ ਜਿਹਦੇ 'ਤੇ ਉਹਨੂੰ ਰੇਟ ਆਫ ਇੰਟਰਸਟ ਪੇ ਕਰਨਾ ਪੈਂਦਾ। ਸੋ ਜਦੋਂ ਉਹ 14 ਦਿਨਾਂ ਦੇ ਲਈ, ਠੀਕ ਹੈ, ਕਿਸੇ ਨੂੰ ਪੇ ਕਰੂਗਾ, ਕਿਸੇ ਨੂੰ ਆਪਦੀ ਮਨੀ ਦਊਗਾ, ਠੀਕ ਹੈ, ਉਹਦੇ ਬਦਲੇ ਉਹਨੂੰ ਕੀ ਮਿਲੂਗਾ ਰੇਟ ਆਫ ਇੰਟਰਸਟ। ਸੋ ਇਹਦੀ ਕੀ ਆ ਇਹ ਵੀ ਪ੍ਰੋਫਿਟ ਹੋਇਆ। ਬਿਲਸ ਆਫ ਡਿਸਕਾਊਂਟਡ ਮਤਲਬ ਇਹ ਵੀ ਆਪਾਂ ਡਿਸਕਸ ਕੀਤਾ ਵਾ, ਇਹਦੇ ਵਿੱਚ ਓਵਰਡਰਾਫਟ ਵੀ ਆ ਜਾਂਦਾ, ਮਤਲਬ ਜੋ ਵੀ ਬਿੱਲ ਆਫ ਡਿਸਕਾਊਂਟ 'ਤੇ ਲੋਕ ਜੋ ਵੀ ਉਹਨੂੰ ਦੇਣੇ ਪੈਂਦੇ ਉਹ ਪੈਸੇ ਘੱਟ ਹੁੰਦੇ ਆ ਅਤੇ ਬਾਅਦ ਵਿੱਚ ਇਹ ਉਹਦਾ ਕੀ ਆ ਰੇਟ ਆਫ ਇੰਟਰਸਟ ਲਾ ਕੇ ਲੋਕਾਂ ਤੋਂ ਲੈਂਦੇ ਆ ਵਾਪਸ, ਮਤਲਬ ਇਹ ਤੋਂ ਕੀ ਆ ਪ੍ਰੋਫਿਟ ਪ੍ਰਾਪਤ ਹੁੰਦਾ। ਇਹਦੇ ਵਿੱਚ ਆਪਾਂ ਐਗਜ਼ਾਮਪਲ ਲਈ ਸੀ ਪਹਿਲਾਂ ਪੜ੍ਹੀ ਸੀ ਕਿ ਮਿਸਟਰ D ਐਂਡ ਮਿਸਟਰ C ਵਾਲੀ, ਠੀਕ ਹੈ। ਹੁਣ ਇਸ ਤੋਂ ਬਿਨਾਂ ਕੀ ਆ ਇਨਵੈਸਟਮੈਂਟ ਮਤਲਬ ਨਿਵੇਸ਼, ਕਿਸੇ ਵੀ ਤਰ੍ਹਾਂ ਦਾ ਜੋ ਵੀ ਆਪਾਂ ਨਿਵੇਸ਼ ਕਰਦੇ ਹਾਂ ਆਪਾਂ ਨੂੰ ਪਤਾ ਉਹਦੇ ਤੋਂ ਆਪਾਂ ਪ੍ਰੋਫਿਟ ਪ੍ਰਾਪਤ ਕਰਨਾ ਹੁੰਦਾ ਤਾਂ ਹੀ ਨਿਵੇਸ਼ ਕੀਤਾ ਜਾਂਦਾ। ਸੋ ਗੌਰਮੈਂਟ ਸਿਕਿਉਰਿਟੀਜ਼ ਦੇ ਵਿੱਚ ਜਾਂ ਹੋਰ ਵੀ ਕਿਤੇ ਜੋ ਬੈਂਕ ਨਿਵੇਸ਼ ਕਰਦਾ ਉਹਦੇ ਤੋਂ ਵੀ ਇਨਕਮ ਪ੍ਰਾਪਤ ਹੁੰਦੀ ਆ। ਇਸ ਤੋਂ ਬਿਨਾਂ ਕੀ ਆ ਲੋਨਸ ਐਂਡ ਐਡਵਾਂਸਸ ਜੋ ਪਬਲਿਕ ਨੂੰ ਦਿੰਦਾ ਜਾਂ ਫਿਰ ਗੌਰਮੈਂਟ ਨੂੰ ਦਿੰਦਾ ਜਾਂ ਫਿਰ ਹੋਰ ਫਾਈਨੈਂਸ਼ੀਅਲ ਇੰਸਟੀਟਿਊਟ ਨੂੰ ਦਿੰਦਾ ਉਹਦੇ ਬਦਲੇ ਵੀ ਕੀ ਉਹ ਰੇਟ ਆਫ ਇੰਟਰਸਟ ਪ੍ਰਾਪਤ ਕਰਦਾ। ਸੋ ਇਹਦੀ ਇਨਕਮ ਹੋਈ, ਠੀਕ ਹੈ। ਇਸ ਤੋਂ ਬਿਨਾਂ ਅਦਰ ਆਈਟਮਸ ਨੂੰ ਇਹਨਾਂ ਵਿੱਚ ਸ਼ਾਮਿਲ ਕੀਤਾ ਜਾਂਦਾ। ਸੋ ਇਹ ਕੀ ਆ ਇਹਦੇ ਕੀ ਆ ਆਪਾਂ ਮੰਨ ਸਕਦੇ ਹਾਂ ਵੀ ਇੰਨੀ ਅਮਾਊਂਟ ਇਹਨਾਂ ਨੇ ਪ੍ਰਾਪਤ ਕੀਤੀ ਅਤੇ ਐਂਡ ਲਾਸਟ 'ਤੇ ਇਹਦਾ ਕੀ ਆ ਟੋਟਲ ਕੀਤਾ ਜਾਂਦਾ। ਸੋ ਐਸੈਟਸ ਅਤੇ ਟੋਟਲ ਅਤੇ ਜਿਹੜਾ ਲਾਇਬਿਲਿਟੀ ਦਾ ਟੋਟਲ ਆ ਕੀ ਆ ਸੇਮ ਹੋਣਾ ਚਾਹੀਦਾ। ਸੋ ਇਹ ਕੀ ਸੀਗੀ ਇਹਦਾ ਫਾਰਮੈਟ ਆਫ ਬੈਲੈਂਸ ਸ਼ੀਟ ਆਫ ਆ ਕਮਰਸ਼ੀਅਲ ਬੈਂਕ, ਮਤਲਬ ਇਹ ਫਾਰਮੈਟ ਸੀਗਾ ਜਿਹਦੇ ਵਿੱਚ ਇੱਕ ਸਾਈਡ 'ਤੇ ਲਾਇਬਿਲਿਟੀਜ਼ ਨੂੰ ਲਿਆ ਜਾਂਦਾ ਅਤੇ ਦੂਜੀ ਸਾਈਡ 'ਤੇ ਕੀ ਆ ਐਸੈਟਸ ਨੂੰ ਲਿਆ ਜਾਂਦਾ। ਸੋ ਆਪਣਾ ਟੋਪਿਕ ਇੱਥੇ ਫਿਨਿਸ਼ ਹੋ ਜਾਂਦਾ। ਕੱਲ੍ਹ ਆਪਾਂ ਇਹਦਾ ਲਾਸਟ ਟੋਪਿਕ ਕਰਾਂਗੇ। ਥੈਂਕ ਯੂ ਸਟੂਡੈਂਟਸ।